श्री वाहिगुरु साहिब जी। सतनाम श्री वाहिगुरु साहिब जी। सतगुर आयो शरण तुहारी, मिलै सुख नाम हर सुभाआ। चिंता लही हमारी, फिरत फिरत प्रभ आए। परया तां सरनाए, नानक की प्रभ बेनती। अपनी भगति लाए। परम सत्कार चोक संगुरां दी साजी निबाजी, गुरु प्यारी गुरु सवारी, गुरु दा खास मुक्सा समझिवा। सरबत सिख संगत दा बहुत बहुत धन्यवाद किया जाता है जी। जी आत्मा कहा जाता है, आओ गुरु प्यारो रल मिल के सतगुरां दे वचनां दे नाल सांझ पाई। अज दी इन्हां वचनां दे नाल सतगुरु सानूं की बख्शिश करदे। आओ सतगुरां दा एक वचन बड़े ध्यान दे नाल सुनना करिए। गौड़ी मोहल्ला तीजा। ब्रह्मा मूल वेद अभ्यासा, तिसती उपजे देव मोहि प्यासा। त्रैगुण भावै नाहि निज कर बसा। सतगुरु अमरदास महाराज साहिब इस शब्द की शुरुआत इन्हां वचनां दे नाल करदे। इस शब्द दीयां जो रहाऊ वालियां पंक्तियां ने, उन्हां दे द्वारा सतगुरु सानूं की बख्शिश करदे। पसंद दी हम हर राखी सतगुरु मिलाया। अनदिन भगत हर नाम दृढ़ाया रहा। हम हर राखी सतगुरु मिलाया। अनदिन भगत हर नाम दृढ़ाया। हम दा भाव दसा संगी सानू। अन दिन का भाव हुंदा है हर रोज। दृढ़ाया का भाव हुंदा है हिरदे दे विच पक्का कर देना। रहाओ का भाव हुंदा ठहरना, रुकना। सतगुरु इन्हां वचनां दी नाम बख्शिश करदे ने। पसंद दी ही भाई सानू अकाल पुरख वाहिगुरु परमेश्वर ने, परमात्मा ने माया के प्रभाव तो बचाया। कृपा की परमात्मा ने सानू माया के प्रभाव तो बचाया। परमात्मा ने सानू गुरु बना दिता। जिस गुरु ने साडे दिल दे विच हर वे परमात्मा की भक्ति पक्की टिका दी। गुरु ने कृपा करके परमात्मा का नाम
ਸਾਡੇ ਹਿਰਦੇ ਦੇ ਵਿੱਚ ਪੱਕਾ ਟਿਕਾ ਦਿੱਤਾ। ਆਨੰਦ ਭਗਤ ਹਰ ਨਾਮ ਨਿਰਧਾਰ। ਤੇ ਸਭ ਦੀ ਸ਼ੁਰੂਆਤ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਕਰਦੇ ਨੇ ਕਿ ਬ੍ਰਹਮਾ ਮੂਲ ਵੇਦ ਅਭਿਆਸਾ, ਤਿਸਤੀ ਉਪਜੇ ਵੇਦ ਮੋਹਿ ਪਿਆਸਾ, ਤ੍ਰੈਗੁਣ ਭਾਵੇਂ ਨਾਹੀ ਨਿਜ ਘਰ ਵਾਸਾ। ਮੂਲ ਦਾ ਭਾਵ ਹੁੰਦਾ ਸਾਸਨ ਦੀ ਮੁੱਢ, ਸ਼ੁਰੂਆਤ। ਤਿਸਤੀ ਦਾ ਭਾਵ ਹੁੰਦਾ ਉਸ਼ਤਮ। ਦੇਵ ਦਾ ਭਾਵ ਹੁੰਦਾ ਦੇਵਤੇ। ਪਿਆਸਾ ਦਾ ਭਾਵ ਹੁੰਦਾ ਤ੍ਰਿਸ਼ਨਾ, ਪਿਆਸ। ਭਰਮੀ ਦਾ ਭਾਵ ਹੁੰਦਾ ਭਟਕਦੇ ਰਹੇ। ਘਰ ਦਾ ਭਾਵ ਹੁੰਦਾ ਘਰ ਦੇ ਵਿੱਚ। ਨਿੱਜ ਘਰ ਦਾ ਭਾਵ ਹੁੰਦਾ ਆਪਣੇ ਅਸਲ ਘਰ ਦੇ ਵਿੱਚ, ਪਰਮੇਸ਼ਰ ਦੇ ਚਰਨਾਂ ਦੇ ਵਿੱਚ। ਸਤਿਗੁਰੂ ਅਮਰਦਾਸ ਮਹਾਰਾਜ ਇਹਨਾਂ ਨੂੰ ਬਖਸ਼ ਕਰਦੇ ਨੇ ਕਿ ਬ੍ਰਹਮਾ ਮੂਲ ਵੇਦ ਅਭਿਆਸਾ, ਤਿਸਤੀ ਉਪਜੇ ਵੇਦ ਮੋਹਿ ਪਿਆਸਾ, ਤ੍ਰੈਗੁਣ ਭਾਵੇਂ ਨਾਹੀ ਨਿਜ ਘਰ ਵਾਸਾ। ਅਸ਼ਟ ਦੀ ਹੀ ਭਾਈ ਜਿਸ ਬ੍ਰਹਮਾ ਨੂੰ ਵੇਦ ਅਭਿਆਸ ਦਾ ਰਸਤਾ ਚਲਾਉਣ ਵਾਲਾ ਮੰਨਿਆ ਜਾਂਦਾ ਹੈ, ਜਿਸ ਬ੍ਰਹਮਾ ਨੂੰ ਵੇਦ ਅਭਿਆਸ ਦਾ ਰਸਤਾ ਚਲਾਉਣ ਵਾਲਾ ਮੰਨਿਆ ਜਾਂਦਾ ਹੈ, ਜਿਹੜਾ ਬ੍ਰਹਮਾ ਵੇਦ ਅਭਿਆਸ ਦਾ ਮੂਲ ਮੰਨਿਆ ਜਾਂਦਾ ਹੈ, ਉਸ ਤੋਂ ਸਾਰੇ ਦੇਵਤੇ ਪੈਦਾ ਹੋਏ ਮੰਨੇ ਜਾਂਦੇ ਨੇ। ਪਰ ਉਹ ਦੇਵਤੇ ਮਾਇਆ ਦੇ ਮੋਹ, ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਫਸੇ ਹੋਏ ਦੱਸੇ ਜਾਂਦੇ ਨੇ। ਉਹ ਦੇਵਤੇ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ ਭਟਕਦੇ ਰਹੇ ਨੇ। ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਨਾ ਮਿਲਿਆ। ਅਸ਼ਟ ਦੀ ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ, ਪੜਵਾਰ ਦੁਖਾਨੇ ਸਿਰ ਮਾਰੇ ਜਮਕਾਲਾ, ਤਤ ਨ ਚੀਨੈ ਬੰਨੈ ਪੰਡ ਪਰਾਸ। ਤ੍ਰੈਗੁਣ ਬਾਣੀ, ਬਾਣੀ ਦਾ ਭਾਵ ਦੱਸਾਂ। ਬ੍ਰਹਮ ਬਾਣੀ ਦਾ ਭਾਵ ਹੁੰਦਾ ਹੈ ਬ੍ਰਹਮਾ ਦੀ ਰਚੀ ਹੋਈ ਬਾਣੀ, ਭਾਵ ਵੇਦ। ਪੜ੍ਹਦਾ ਭਾਵ ਹੁੰਦਾ ਪੜ੍ਹ ਕੇ। ਬਾਦ ਦਾ ਭਾਵ ਹੁੰਦਾ ਝਗੜਾ, ਬਹਿਸ। ਸਿਰ ਦਾ ਭਾਵ ਹੁੰਦਾ ਸਰਦੀ। ਜਮ ਕਾਲਾ ਦਾ ਭਾਵ ਹੁੰਦਾ ਮੌਤ, ਆਤਮਿਕ ਮੌਤ। ਤਤ ਦਾ ਭਾਵ ਹੁੰਦਾ ਅਸਲੀ। ਅਸ਼ਟ ਦੀ ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ, ਪੜਵਾਰ ਵਿਖਾਣੈ ਸਿਰ ਮਾਰੇ ਜਮਕਾਲਾ, ਤਤ ਨ ਚੀਨੈ ਬੰਨੈ ਪੰਡ ਪਰਾਸ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਇਹਨਾਂ ਵਚਨਾਂ ਦੀ ਨਾਲ ਮਕਸਦ ਕਰਦੇ। ਅਸ਼ਟ ਦੀ ਹੀ ਬਾਣੀ ਬ੍ਰਹਮਾ ਦੀ ਰਚੀ ਹੋਈ ਬਾਣੀ, ਉਹ ਬਾਣੀ ਜੋ ਬ੍ਰਹਮਾ ਦੀ ਰਚੀ ਹੋਈ ਦੱਸੀ ਜਾਂਦੀ ਹੈ, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ ਰੱਖਦੀ ਹੈ। ਮਾਇਆ ਦੇ ਜੰਜਾਲ ਵਿੱਚ ਰੱਖਦੀ ਹੈ, ਕਿਉਂਕਿ ਉਸ ਨੂੰ ਪੜ੍ਹ ਕੇ ਵਿਦਵਾਨ ਪੰਡਤ ਬਹਿਸ ਹੀ ਕਰਦੇ ਨੇ, ਝਗੜਾ ਕਰਦੇ ਨੇ, ਤੇ ਉਹਨਾਂ ਦੇ ਸਿਰ ਤੋਂ ਆਤਮਿਕ ਮੌਤ ਆਪਣੀ ਚੋਟ ਕਾਇਮ ਰੱਖਣੀ। ਉਹ ਅਸਲੀਅਤ ਜੀਵਨ ਮਨੋਰਥ ਨੂੰ ਨਹੀਂ ਪਛਾਣਦੇ। ਉਹ ਧਾਰਮਿਕ ਚਰਚਾ ਦੀਆਂ ਪ੍ਰਾਣੀ ਦੀਆਂ ਪੰਡਾਂ ਹੀ ਆਪਣੇ ਸਿਰ ਤੇ ਬੰਨ੍ਹੀ ਰੱਖਦੇ ਨੇ।
ਅੱਗੇ ਸਤਿਗੁਰੂ ਅਮਰਦਾਸ ਮਹਾਰਾਜ ਫਿਰ ਬਖਸ਼ ਕਰਦੇ ਪਾਸਕ ਦੀ ਮਨਮੁਖ ਅਗਿਆਨ ਕੋ ਮਾਰਗ ਪਾਏ। ਮਨਮੁਖ ਅਗਿਆਨ ਕੋ ਮਾਰਗ ਪਾਏ, ਹਰ ਨਾਮ ਵਿਸਾਰਿਆ ਬਹੁ ਕਰਮ ਦ੍ਰਿੜਾਏ, ਭਵ ਜਲ ਡੂਬੀ ਦੂਜੈ ਪਾਏ। ਮਨਮੁਖ ਦਾ ਭਾਵ ਹੁੰਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਗਿਆਨ ਦਾ ਭਾਵ ਹੁੰਦਾ ਗਿਆਨਹੀਨਤਾ ਦੇ ਕਾਰਨ। ਉਹ ਮਾਰਗ ਦਾ ਭਾਵ ਹੁੰਦਾ ਗਲਤ ਰਸਤੇ ਤੇ ਤੁਰਨ ਵਾਲੇ ਨੂੰ ਕੁਰਾਹੀ ਪਏ। ਬਹੁ ਕਰਮ ਦਾ ਭਾਵ ਹੁੰਦਾ ਮਿੱਠੇ ਹੋਏ ਧਾਰਮਿਕ ਕਰਮ। ਭਵਜਲ ਦਾ ਭਾਵ ਹੈ ਸੰਸਾਰ ਸਮੁੰਦਰ ਦੇ ਵਿੱਚ। ਦੂਜੇ ਭਾਈ ਦਾ ਭਾਵ ਹੈ ਮਾਇਆ ਦੇ ਪਿਆਰ ਦੇ ਵਿੱਚ। ਪਾਸਕ ਦੀ ਮਨਮੁਖ ਅਗਿਆਨ ਕੋ ਮਾਰਗ ਪਾਈ, ਹਰ ਨਾਮ ਵਿਸਾਰਿਆ ਬਹੁ ਕਰਮ ਦ੍ਰਿੜਾਏ, ਭਵਜਲ ਡੂਬੀ ਦੂਜੇ ਪਾਏ। ਸਤਿਗੁਰੂ ਕਹਿੰਦੇ ਹੀ ਭਾਈ ਭਾਵੇਂ ਉਹ ਲੋਕ ਬ੍ਰਹਮਾ ਦੀ ਰਚੀ ਬਾਣੀ ਪੜ੍ਹਦੇ ਨੇ, ਵਿਦਵਾਨ ਪੰਡਤ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦੇ ਨਾਲ ਜਾਣ ਪਛਾਣ ਤੋਂ ਸਖਣੇ ਰਹਿਣ ਦੇ ਕਾਰਨ ਗਲਤ ਜੀਵਨ ਰਾਹ ਤੇ ਪਏ ਰਹਿੰਦੇ। ਭਾਵੇਂ ਉਹ ਵੇਦਾਂ ਦਾ ਅਭਿਆਸ ਕਰਦੇ ਨੇ ਤੇ ਇਹਦੇ ਵਿੱਚੋਂ ਬਹਿਸ ਕਰਦੇ ਰਹਿੰਦੇ ਨੇ, ਪਰ ਉਹ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦੇ ਨਾਲ ਜਾਣ ਪਛਾਣ ਤੋਂ ਸਖਣੇ ਰਹਿਣ ਕਾਰਨ ਭਾਵ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ, ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾਉਂਦੇ, ਪਰਮਾਤਮਾ ਦੇ ਨਾਲ ਜਾਣ ਪਛਾਣ ਤੋਂ ਸਖਣੇ ਰਹਿਣ ਦੇ ਕਾਰਨ ਗਲਤ ਜੀਵਨ ਰਾਹ ਤੇ ਪਏ ਰਹਿੰਦੇ। ਉਹ ਪਰਮਾਤਮਾ ਦਾ ਨਾਮ ਤਾਂ ਭੁਲਾ ਦਿੰਦੇ ਨੇ, ਪਰ ਹੋਰ ਵਰਤ ਨੇਮ ਆਦਿ ਅਨੇਕਾਂ ਕਰਮ ਕਰਨ ਦੀ ਪਕਿਆਈ ਕਰਦੇ ਰਹਿੰਦੇ। ਤੇ ਸਤਿਗੁਰੂ ਕਹਿੰਦੇ ਅਜਿਹੇ ਮਨੁੱਖ ਪਰਮਾਤਮਾ ਤੋਂ ਬਿਨਾਂ ਹੋਰ ਪਿਆਰ ਵਿੱਚ ਫਸੇ ਰਹਿਣ ਕਰਕੇ ਸੰਸਾਰ ਸਮੁੰਦਰ ਦੇ ਵਿੱਚ ਡੁੱਬੇ ਰਹਿੰਦੇ। ਵਿਕਾਰਾਂ ਦੇ ਵਿੱਚ ਐਸੇ ਮਨੁੱਖ फंसे रहते। माया का मुहताज पंडित कहा है, विखिया राता बहुत दुख पावै, जम का गल जेवड़ा नित काल संताप। मुहताज का भाव होता आखिया लोड़वंद। माया का मोहताज पंडित कहावै, विखिया राता बहुत दुख पावै, जम का गल जेवड़ा नित काल संताप। विखिया का भाव होता माया, राता का भाव होता रत्या होया मगन मस्त। गल का भाव होता गल दे विच, जेवड़ा का भाव होता फाहा, काल का भाव होता मौत। सतगुरु कहते हे भाई, ब्रह्मा की रची बाणी का विद्वान मनुख माया की तरसालू रहिंदा होया भी अपने आप को पंडित कहाउंदा है। माया का मोहताज पंडित कहाउंदा। हे भाई, ब्रह्मा की रची बाणी का विद्वान मनुख माया का तरसालू रहिंदा होया भी अपने आप को पंडित करवाउंदा है। माया के मोह दे विच फसिया होया अंतर आदमी वो बहुत दुख सहंदा रहिंदा है। उसकी गल विच आत्मक मौत का फाहा पिया रहिंदा है। आत्मक मौत उसको सदा
सतगुरु अमरदास महाराज की दुखी करती रहती है तो उस पंडित उस विद्वान गुरमुख जब काल नीर न आवै हौमै दूजा शब्द जलावै नामे राती हर गुरु गावै। गुरमुख का भाव होता है गुरु की सिक्ख्या के अनुसार तुरन वाला मनुख, गुरु के सन्मुख रहने वाला मनुख। दूजा का भाव होता है माया का प्यार, शब्द का भाव होता है शब्दी राही, नामे का भाव होता है नाम दे विच। सतगुरु कहते पर ही भाई आत्मक मौत गुरु के सन्मुख रहने वाले मनुख के नेड़े नहीं टुकती। बेकार उस मनुख के नेड़े नहीं आते जिहड़ा मनुख गुरु वाला, जिहदी साझ गुरु के नाल बनी हुई है। जिहड़ा मनुख गुरु के सन्मुख रहिंदा है, जिहड़ा मनुख गुरु की सिक्ख्या नूं ग्रहण करता है, आत्मक मौत उहदे नेड़े नहीं टुकदी। वो गुरु के शब्दी वर्ग के नाल अपने अंदर हौमे नूं साड़ दिंदा है, अपने हंकार नूं खत्म कर दिंदा है। वो मनुख वो परमात्मा के नाम के विच ही रंगिया रह के परमात्मा के गुण गाउंदा रहिंदा है, जिहड़ा मनुख गुरु वाला बन जांदा। अगे सतगुरु अमरदास महाराज फिर वरसे करते हैं। पाशक दी माया दासी भगतां की कार गुमावै, चरनी लागै तां महल पावै, सद ही निर्मल सहज समावै। सतगुरु अमरदास महाराज इन्हां वचनां दे नाल मकसद करदे ने पाशक दी ही भाई जिहड़े मनुख परमात्मा की भगती करते हैं, परमात्मा की नाम का सिमरन करते हैं, तो माया उन्होंने मनुखों की दासी बन जाती। नहीं आम तौर पर मनुख माया का दास बनया रहता है, माया के प्रभाव तले अपना जीवन व्यतीत करता रहता है। जिहड़े मनुख परमात्मा की भगती करते हैं, नाम की कमाई करते हैं, तो माया उन्होंने मनुखों की दासी बनी रहती है, तो उन्होंने फिर लोड़ां पूरियां करती रहती है माया, जिहड़े परमात्मा का सिमरन करते हैं। तो आम तौर पर मनुख साथ संगी सवेर तो लैके शाम दे तक माया के पिछे दौड़ लाई रखता है। साडी सारिਆਂ ਦੀ सवेर तो लैके शाम तक माया के पिछे दौड़ लगी हुई है। पर जदों असीं परमात्मा की बंदगी के नाल जुड़ांगे, परमात्मा की भगती करांगे, फिर माया साडी दासी बन जानी, साडे सारे काम सवारू, साडे काम आओगी। जिहड़ा मनुख उन्हां भगतां जनां दी चरनी लगता है, परमात्मा की बंदगी करने वालियां दे, वो भी परमेश्वर चरणों के विच ठिकाना प्राप्त कर लेंदा है, वो भी सदा ही पवित्र मन वाला हो जाता है, तो आत्मक डोलता के विच वो मनुख सदा वास्ते टिकिया रहता है। अगे सतगुरु अमरदास महाराज फिर वरसे करते हैं। पाशक दी हर कथा सुनै से तन भंत दिसै जग माही, तिनका साधु निभै अनंदन पूज कराही, सहजी गुण रवै साचे मन माही। सतगुरु अमरदास महाराज इन्हां वचनां दे नाल बख्शत करते हैं। सुनने का भाव होता है सुनते हैं। हर कथा सुनै से तन भंत दिसै जग माही। सुनने का भाव होता है सुनते ने, से का भाव वो बंदे, दिसे का भाव होता है दिसते ने, जुग माही का भाव होता है जिंदगी के विच संसार के विच
ਸਭ ਦਾ ਭਾਵ ਹੁੰਦਾ ਸਾਰੇ, ਕਰਾਹੀ ਦਾ ਭਾਵ ਹੁੰਦਾ ਕਰਦੇ ਨੇ, ਸਹਿਜੀ ਦਾ ਭਾਵ ਹੁੰਦਾ ਆਤਮਕ ਅਡੋਲਤਾ ਦੇ ਵਿੱਚ ਟਿਕ ਕੇ। ਸਤਿਗੁਰੂ ਕਹਿੰਦੇ ਹੇ ਭਾਈ, ਜਿਹੜੇ ਮਨੁੱਖ ਪਰਮਾਤਮਾ ਦੇ ਗੁਣਾਂ ਦੀ ਕਥਾ ਸੁਣਦੇ ਰਹਿੰਦੇ ਨੇ, ਜਿਹੜੇ ਮਨੁੱਖ ਪਰਮਾਤਮਾ ਦੀ ਵਡਿਆਈ ਦੀ ਕਥਾ ਵਿੱਚ ਸੁਣਦੇ ਰਹਿੰਦੇ ਨੇ, ਵਡਿਆਈ ਦੀਆਂ ਗੱਲਾਂ ਸੁਣਦੇ ਰਹਿੰਦੇ ਨੇ ਜਿਹੜੇ ਮਨੁੱਖ, ਤੇ ਉਹ ਕੌਣ ਨੇ? ਉਹ ਸੰਸਾਰ ਦੇ ਵਿੱਚ, ਜਗ ਦੇ ਵਿੱਚ ਅਮੀਰ ਆਦਮੀ ਨੇ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੀ ਕਥਾ ਸੁਣਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਦੀਆਂ ਜਿਹੜੀਆਂ ਗੱਲਾਂ ਸੁਣਦੇ ਨੇ ਨਾ, ਤੇ ਜਗ ਦੇ ਵਿੱਚ ਉਹ ਬੰਦੇ ਧਨਾੜ ਦਿਸਦੇ ਨੇ, ਮਾਇਆ ਉਹਨਾਂ ਦੀ ਤ੍ਰਿਸ਼ਨਾ ਦੇ ਵਿੱਚ ਨਹੀਂ ਭਟਕਦੇ। ਉਹ ਮਨੁੱਖ ਜਿਹੜੇ ਧਨਾੜ ਨੇ ਨਾ, ਅਮੀਰ ਨੇ ਦਿਸਦੇ ਨੇ ਜਿਹੜੇ, ਉਹ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਨਹੀਂ ਭਟਕਦੇ ਕਰਦੇ। ਤੇ ਐਸੇ ਲੋਕਾਂ ਦੇ ਅੱਗੇ ਸਾਰੇ ਲੋਕ ਉਹਨਾਂ ਦੇ ਅੱਗੇ ਨਿਆਉਂਦੇ ਨੇ ਤੇ ਹਰ ਵੇਲੇ ਉਹਨਾਂ ਦਾ ਆਦਰ ਸਤਿਕਾਰ ਕਰਦੇ ਰਹਿੰਦੇ ਨੇ, ਕਿਉਂਕਿ ਉਹ ਮਨੁੱਖ ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਸਦਾ ਕਰਨ ਵਾਲੇ ਪਰਮਾਤਮਾ ਦੇ ਗੁਣ ਆਪਣੇ ਮਨ ਦੇ ਵਿੱਚ ਚੇਤੇ ਕਰਦੇ ਰਹਿੰਦੇ ਨੇ। ਉਹ ਅਮੀਰ ਆਦਮੀ ਨੇ ਜਿਹੜੇ ਕਥਾ ਸੁਣਨ ਵਾਲੇ ਨੇ। ਪਾਤਸ਼ਾਹ ਇਹਨੂੰ ਅੱਗੇ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਪੂਰਨ ਸਤਿਗੁਰ ਸ਼ਬਦ ਸੁਣਾਇਆ, ਤ੍ਰੈਗੁਣ ਰੀਤੀ ਚੌਥੇ ਚਿਤ ਲਾਇਆ, ਨਾਨਕ ਕਹਉ ਮੈਂ ਮਾਰ ਬ੍ਰਹਮ ਮਿਲਾਇਆ। ਇਹ ਸਭ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੀ ਨਾਨਕ ਆਖ ਹੇ ਭਾਈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਸੁਣਾਈ, ਹੇ ਭਾਈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦੀ ਸਿਫਤ ਸਲਾਹ ਦੀ ਪਵਿੱਤਰ ਬਾਣੀ ਸੁਣਾਈ, ਉਸਨੇ ਆਪਣੇ ਅੰਦਰੋਂ ਮਾਇਆ ਦੇ ਤਿੰਨਾਂ ਗੁਣਾਂ ਦਾ ਪ੍ਰਭਾਵ ਮਿਟਾ ਲਿਆ। ਉਸਨੇ ਆਪਣਾ ਮਨ ਉਸ ਆਤਮਕ ਅਵਸਥਾ ਵਿੱਚ ਟਿਕਾ ਲਿਆ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ। ਗੁਰੂ ਨੇ ਉਸਦੇ ਅੰਦਰ ਹਉਮੈ ਮਾਰ ਕੇ ਉਸਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ ਹੈ, ਪਰਮਾਤਮਾ ਦੇ ਨਾਲ ਉਹਨੂੰ ਅਭੇਦ ਕਰ ਦਿੱਤਾ ਹੈ। ਉਹਦੇ ਅੰਦਰੋਂ ਹਉਮੈ ਮਾਰ ਕੇ ਜਿਨ੍ਹਾਂ ਨੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਿਆ। ਇਹ ਸਨ ਬਚਨ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ। ਇੱਥੇ ਅੱਜ ਆਪਾਂ ਸਮਾਪਤੀ ਕਰਾਂਗੇ। ਕੱਲ੍ਹ ਤੋਂ ਫਿਰ ਅਗਲੇ ਵਚਨਾਂ ਦੀ ਨਾਲ ਸਾਂਝ ਪਾਵਾਂਗੇ। ਇੱਥੋਂ ਤੱਕ ਸਤਿਗੁਰੂ ਦੇ ਵਚਨ ਸੰਧੀ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਰਹਿ ਗਈਆਂ ਹੋਣਗੀਆਂ ਜੋ ਆਪ ਜੀ ਦੇ ਧਿਆਨ ਵਿੱਚ ਆਈਆਂ ਹੋਣਗੀਆਂ। ਸਾਰੀਆਂ ਹੋਈਆਂ ਭੁੱਲਾਂ ਦੀ ਖਿਮਾ ਭਾਈ ਸੰਤ ਬਖਸ਼ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।